ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਜਿਹੜੀ ਅਕਾਲੀ ਰਾਜ ਦੇ ਵਿੱਚ ਬਹੁਤ ਡਿਵੈਲਪਮੈਂਟ ਹੋਈ ਹੈ, ਮੰਨਣਾ ਪਊਗਾ। ਪਰ ਸੁਖਬੀਰ ਬਾਦਲ ਪੰਥ ਦੀ ਨਬਜ ਨੂੰ ਨਹੀਂ ਸਮਝ ਸਕੇ, ਕੌਮ ਨੂੰ ਨਹੀਂ ਸਮਝ ਸਕੇ। ਸੁਖਬੀਰ ਬਾਦਲ ਸਿੱਖ ਸਪਿਰਿਟ ਨੂੰ ਸਮਝ ਨਹੀਂ ਸਕੇ। ਇੱਥੇ ਸੁਖਬੀਰ ਬਾਦਲ ਮਾਰ ਖਾ ਗਏ। ਅੱਜ ਕੀ ਲੋੜ ਹੈ? ਤੁਸੀਂ ਸਵੇਰੇ ਅਕਾਲੀ ਦਲ ਦਾ ਢਾਂਚਾ ਦੁਬਾਰਾ ਬਣਾ ਦਿਓ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦੁਬਾਰਾ ਖੜਾ ਹੋ ਜਾਊਗਾ? ਨਹੀਂ। ਤੇ ਇਸ ਤੋਂ ਬਾਅਦ ਤੁਹਾਡੇ ਕੋਲੇ ਕੀ ਰਹਿ ਗਿਆ? ਆਮ ਆਦਮੀ ਪਾਰਟੀ, ਜਿਹਨੂੰ ਅੱਜ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਤੋਂ ਚੱਲਦੀ ਹੈ ਜੀ। ਜੇ ਨਹੀਂ ਵੀ ਚੱਲਦੀ ਤਾਂ ਕੰਟਰੋਲ ਤਾਂ ਦਿੱਲੀ 'ਚ ਹੀ ਰਹਿਣਾ ਸਾਰੀ ਉਮਰ। ਟਿਕਟਾਂ ਦੀ ਵੰਡ ਤੋਂ ਲੈ ਕੇ ਰਾਘਵ ਚੱਡਾ ਕੋਈ ਬਠਿੰਡੇ ਤੇ ਥੋੜੀ ਹੈ। ਅੱਜ ਬੀਜੇਪੀ ਜਿਵੇਂ ਵੀ ਚੱਲੇ, ਪੰਜਾਬ 'ਚ ਚਰਚਾਵਾਂ ਹੁੰਦੀਆਂ ਵੀ ਬੀਜੇਪੀ ਆ ਕੇ ਪੰਜਾਬ ਦੇ ਵਿੱਚ ਸਟਰੋਂਗ ਹੋ ਜੂਗੀ। ਬੀਜੇਪੀ ਦਾ ਭਾਸਕਰ ਅਖਬਾਰ ਨੇ ਲਾਇਆ ਕਿ ਕਿਵੇਂ ਮਾਲਵੇ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ। ਭਾਸਕਰ ਦੀ ਖਬਰ ਲੱਗੀ ਹੈ। ਤਾਂ ਉਹ ਕਿੱਥੋਂ ਚੱਲਣੀ ਹੈ? ਉਹ ਨਾਗਪੁਰੋਂ ਜਾਂ ਦਿੱਲੀੋਂ ਹੀ ਚੱਲਣੀ ਹੈ। ਤੇ ਫਿਰ ਸਿੱਖਾਂ ਦੀ ਗੱਲ ਕਰਨ ਵਾਲਾ ਕੌਣ ਰਹਿ ਜਾਊਗਾ ਇੱਥੇ? ਪੰਜਾਬ ਦੀ ਗੱਲ ਕਰਨ ਵਾਲਾ ਕੌਣ ਰਹਿ ਜਾਊਗਾ? ਇਹਨਾਂ ਪਾਣੀਆਂ ਤੇ ਕਪੂਰੀ ਦੇ ਜਿਹੜੇ ਮੋਰਚੇ ਲੱਗਦੇ ਰਹੇ, ਧਰਮ ਯੁੱਧ ਦਾ ਜਿਹੜਾ ਮੋਰਚਾ ਲਾਇਆ, ਉਸ ਅਕਾਲੀ ਦਲ ਦੇ ਇਤਿਹਾਸ ਨੂੰ ਨਾ ਭੁੱਲੋ। ਸੁਖਬੀਰ ਸਿੰਘ ਬਾਦਲ ਇਹ ਭਰੋਸਾ ਜਤਾਉਣ ਆਪਦੀ ਕੈਲੀਬਰ ਦੇ ਉੱਤੇ ਜੀ ਵੀ ਮੈਂ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੰਨਾ, ਮੈਂ ਕੌਮੀ ਮਸਲਿਆਂ 'ਚ ਦਖਲਅੰਦਾਜ਼ੀ ਬੰਦ ਕਰ ਦਿੰਨਾ, ਮੇਰੇ ਤੇ ਦੋਸ਼ ਹੈ ਕਿ ਬਾਦਲਾਂ ਦੇ ਲਿਫਾਫੇ 'ਚੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਕਲਦਾ, ਮੈਂ ਇਹ ਪ੍ਰੂਵ ਕਰਦਾ ਕਿ ਸਭ ਕੁਝ ਟਰਾਂਸਪੇਰੈਂਟ ਹੈ। ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ 'ਚ ਦੋਸ਼ ਲੱਗਦਾ ਹੈ ਕਿ ਜਥੇਦਾਰ ਸਾਹਿਬ ਬਾਦਲਾਂ ਦੇ ਕਹੇ ਤੇ ਚੱਲਦੇ ਆ। ਹਰ ਇੱਕ ਚੀਜ਼ ਦੀ ਗਣਿਮਾ ਦੀ ਬਹਾਲੀ ਦੇ ਵੱਲ ਅਕਾਲੀ ਦਲ ਆਵੇ। ਸੁਖਬੀਰ ਬਾਦਲ ਦਾ ਕੱਦ ਵੱਡਾ ਹੋਊਗਾ, ਛੋਟਾ ਨਹੀਂ ਹੋਣ ਲੱਗਿਆ ਉਹਦੇ ਨਾਲ। ਫਿਰ ਬੈਬਲ ਕਲਾ ਬਰਗਾੜੀ ਗੋਲੀ ਚੱਲਦੀ ਹੈ, ਉਹ ਇੱਕ ਵੱਡਾ ਭਾਰ ਸਾਰੀ ਉਮਰ ਵਾਸਤੇ ਬਾਦਲ ਪਰਿਵਾਰ। ਪਰ ਤੁਸੀਂ ਇਹ ਸੋਚੋ ਕਿ ਕੀ ਕੋਈ ਸ਼ਖਸ ਜਾਂ ਕੀ ਕੋਈ ਪਰਿਵਾਰ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੇ, ਮੈਂ ਕੰਪਲੀਟ ਕਰ ਰਿਹਾ ਇੱਥੇ ਗੱਲ, ਕੋਈ ਇਹ ਚਾਹੂਗਾ ਕਿ ਜਿਹਨੇ 5 ਵਾਰ ਮੁੱਖ ਮੰਤਰੀਸ਼ਿਪ ਦੇਖੀ ਹੋਵੇ, ਪਰਿਵਾਰ ਦਾ ਹਿਸਟਰੀ ਪੋਲੀਟੀਕਲ ਰਹੀ ਹੋਵੇ, ਤੇ ਉਹਨੂੰ ਇਤਿਹਾਸ ਇਸ ਕਰਕੇ ਜਾਣੇ ਕਿ ਉਹਨੇ ਬੇਅਦਬੀ ਕਰਾਈ ਹੈ, ਜਾਂ ਉਹਨੂੰ ਇਤਿਹਾਸ ਇਸ ਕਰਕੇ ਜਾਣੇ ਕਿ ਆਪਦੇ ਸਿੱਖਾਂ ਦੇ ਉੱਤੇ ਗੋਲੀ ਚਲਾਤੀ ਉਹਨੇ? ਮੈਨੂੰ ਇਹ ਲੱਗਦਾ ਕਿ ਬਾਦਲ ਪਰਿਵਾਰ ਦੀ ਸਭ ਤੋਂ ਵੱਡੀ ਗਲਤੀ ਇਹ ਰਹੀ ਕਿ ਜਿਸ ਵੇਲੇ ਉਹ ਡੈਮੇਜ ਕੰਟਰੋਲ 'ਚ ਲੱਗ ਗਏ, ਉਸ ਵੇਲੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਇਹ ਗਲਤੀ ਹੋ ਗਈ, ਇਹ ਕਬੂਲ ਲੈਣਾ ਚਾਹੀਦਾ ਸੀ। ਸ਼ਾਇਦ ਕੌਮ ਮਾਫ ਕਰ ਦਿੰਦੀ, ਸ਼ਾਇਦ ਕੌਮ ਮਾਫੀ ਦੇ ਦਿੰਦੀ। ਇਹ ਪਤਾ ਨਹੀਂ ਹੁੰਦਾ ਕਿ ਇਹਨੇ ਇਸ ਕਦਰ ਤੁਹਾਡਾ ਪਿੱਛਾ ਨਹੀਂ ਛੱਡਣਾ। ਔਰ ਕੌਮ ਦਾ ਜਿਹੜਾ ਮਿਹਣਾ, ਮੈਨੂੰ ਯਾਦ ਹੈ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਕੁਝ ਵੀ ਲੈ ਲਿਓ, ਕੌਮ ਦਾ ਮਿਹਣਾ ਨਾ ਲਿਓ, ਜ਼ਿੰਦਗੀ ਭਰ ਤੁਹਾਡੇ ਮੱਥੇ ਤੇ ਉਹ ਕਲੰਕ ਰਹਿੰਦਾ। ਪੰਜਾਬ ਨੂੰ ਸਟਰੋਂਗ ਖੇਤਰੀ ਪਾਰਟੀ ਦੀ ਲੋੜ ਸੀ, ਹੈ ਤੇ ਰਹੇਗੀ। ਔਰ ਇਹਦੇ ਵਿੱਚ ਸਭ ਤੋਂ ਮਜ਼ਬੂਤੀ ਨਾਲ ਜੇ ਕੋਈ ਕੰਮ ਕਰ ਸਕਦੀ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਸੀ। ਇਸ ਤੋਂ ਬਿਹਤਰ ਕੋਈ ਪਾਰਟੀ ਹੋ ਹੀ ਨਹੀਂ ਸਕਦੀ ਸੀ। ਸਮੁੱਚਤਾ ਦੇ ਵਿੱਚ ਅਕਾਲੀ ਦਲ ਨੂੰ ਬਦਲਣਾ ਪਊਗਾ। ਪਰ ਦੇ ਹੀ ਦਿੰਦੇ, ਅੱਜ ਜੇ ਸਾਰਾ ਢਾਂਚਾ ਖਤਮ ਕੀਤਾ ਸੀ ਦੁਬਾਰਾ ਫਿਰ ਬਣ ਜਾਂਦੇ। ਤੁਸੀਂ ਸਿਰਫ ਪ੍ਰਧਾਨਗੀ ਤੱਕ ਨਾ ਰਹੋ। ਸਤਿ ਸ਼੍ਰੀ ਅਕਾਲ ਜੀ, ਸਿਆਸਤ ਲਾਈਵ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਤੇ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵੱਲੋਂ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ, ਫੈਸਲਾ ਇਹ ਕੀਤਾ ਗਿਆ ਕਿ ਪਾਰਟੀ ਦੇ ਜਿੰਨੇ ਵੀ ਢਾਂਚੇ ਨੇ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ, ਸਮਾਪਤ ਕਰ ਦਿੱਤਾ ਗਿਆ। ਇੱਕ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਨਿਰਮਾਣ ਕੀਤਾ ਜਾਵੇਗਾ। ਪਰ ਖਾਸ ਗੱਲ ਇਹ ਵੀ ਹੈ ਕਿ ਪਾਰਟੀ ਪ੍ਰਧਾਨ ਦੇ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਇਕਲੌਤੇ ਐਸੇ ਪਾਰਟੀ ਦੇ ਆਗੂ ਤੇ ਪ੍ਰਧਾਨ ਨੇ ਜਿਹੜੇ ਕਿ ਹਾਲੇ ਵੀ ਪ੍ਰਧਾਨ ਨੇ, ਜਦੋਂ ਕਿ ਢਾਂਚਾ ਜਿਹੜਾ ਉਹ ਡੇਗ ਦਿੱਤਾ ਗਿਆ। ਮੇਰੇ ਨਾਲ ਇਸ ਬਾਬਤ ਚਰਚਾ ਕਰਨ ਦੇ ਲਈ ਮੌਜੂਦ ਨੇ ਔਨ 에ਅਰ ਦੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ ਸਾਹਿਬ। ਕੀ ਇਹ ਸਮੇਂ ਦੀ ਲੋੜ ਸੀ ਅਕਾਲੀ ਦਲ ਦੇ ਲਈ, ਜਾਂ ਜੋ ਅਕਾਲੀ ਦਲ ਨੂੰ ਮਜਬੂਰਨ ਇਹ ਫੈਸਲਾ ਕਰਨਾ ਪਿਆ ਕਿਉਂਕਿ
ਝੁੰਦਾ ਕਮੇਟੀ ਨੇ ਵੀ ਇਸ ਦੀ ਸਿਫਾਰਿਸ਼ ਕੀਤੀ ਸੀ। ਰਾਓ ਵਰਿੰਦਰ ਜੀ, ਸਭ ਤੋਂ ਪਹਿਲਾਂ ਇੱਕ ਗੱਲ ਸਾਨੂੰ ਸਮਝਣੀ ਪਊਗੀ ਕਿ ਜਿਹੜੇ ਹਾਲਾਤਾਂ 'ਚੋਂ ਅੱਜ ਪੰਜਾਬ ਲੰਘ ਰਿਹਾ ਹੈ ਔਰ ਜਿਹੜੀਆਂ ਮੰਗਾਂ ਦੇ ਉੱਤੇ ਅੱਜ ਪੰਜਾਬ ਦੀ ਲੜਾਈ ਲੜਨ ਦੀ ਲੋੜ ਹੈ, ਉਹ ਨਵੀਂ ਸਰਕਾਰ ਆਉਣ ਤੋਂ ਬਾਅਦ ਵੀ ਐਡਰੈਸ ਨਹੀਂ ਹੋ ਰਹੀਆਂ। ਪੰਜਾਬ ਨੂੰ ਸਟਰੋਂਗ ਖੇਤਰੀ ਪਾਰਟੀ ਦੀ ਲੋੜ ਸੀ, ਹੈ ਤੇ ਰਹੇਗੀ। ਔਰ ਇਹਦੇ ਵਿੱਚ ਸਭ ਤੋਂ ਮਜ਼ਬੂਤੀ ਨਾਲ ਜੇ ਕੋਈ ਕੰਮ ਕਰ ਸਕਦੀ ਸੀ ਤੇ ਉਹ ਸ਼੍ਰੋਮਣੀ ਅਕਾਲੀ ਦਲ ਸੀ। ਇਸ ਤੋਂ ਬਿਹਤਰ ਕੋਈ ਪਾਰਟੀ ਹੋ ਹੀ ਨਹੀਂ ਸਕਦੀ ਸੀ। ਬਿਲਕੁਲ। ਦੋ ਕਾਰਨ ਨੇ ਬੜੇ ਵੱਡੇ ਉਹਦੇ। ਇੱਕ ਕਿ ਪਾਰਟੀ ਦਾ ਇਤਿਹਾਸ ਬੜਾ ਜ਼ਬਰਦਸਤ ਰਿਹਾ। ਪਾਰਟੀ ਆਜ਼ਾਦੀ ਤੋਂ ਪਹਿਲਾਂ ਲੜਾਈ ਲੜਦੀ ਆਈ ਤੇ ਪਾਰਟੀ ਦੇ ਬੜੇ ਸਿਰਮੌਰ ਚਿਹਰੇ ਦਿੱਤੇ। ਦੋ, ਪਾਰਟੀ ਪੰਥਕ ਸੀ। ਪੰਜਾਬ ਦੇ ਵਿੱਚ ਰਹਿਣਾ ਤਾਂ ਸਿੱਖ ਪੰਥ ਦੀ ਗੱਲ ਕਰਨੀ ਹੀ ਪਊਗੀ ਤੁਹਾਨੂੰ। ਅੱਜ ਚਾਹੇ ਤੁਸੀਂ ਨਵੇਂ ਨਾਇਕ ਬਣਾ ਕੇ ਤੇ ਉਹਨਾਂ ਦੀਆਂ ਤਸਵੀਰਾਂ ਕਿਤੇ ਹੀ ਲਾ ਦਿਓ, ਪਰ ਜਦੋਂ ਤੱਕ ਪੰਜਾਬ 'ਚ ਤੁਸੀਂ ਪੰਥਕ ਗੱਲ ਨਹੀਂ ਕਰੋਗੇ ਔਰ ਉਸ ਸਪਿਰਿਟ ਨੂੰ ਨਹੀਂ ਸਮਝੋਗੇ ਤੇ ਉਹ ਹੋ ਸਕਦਾ ਕੋਈ ਪਾਰਟੀ ਇੱਕ ਅੱਧੀ ਵਾਰੀ ਸੱਤਾ 'ਚ ਆ ਜੇ। ਕਿਉਂਕਿ ਅੱਜ ਜਿਵੇਂ ਮੈਂ ਐਗਜ਼ਾਮਪਲ ਕਿਤੇ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਜ਼ੋਮੈਟੋ ਦੇ ਸ਼ੇਅਰ ਡਿੱਗ ਪਏ ਨਾ, ਇਰਰੈਲੇਵੈਂਟ ਗੱਲ ਹੈ ਇਸ ਮਸਲੇ ਤੋਂ, ਲੇਕਿਨ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਐਕਸਪਰਟ ਜਿਹੜੇ ਝੁੰਝੁਨਵਾਲਾ, ਉਹਨਾਂ ਨੂੰ ਏਲਨ ਮਸਕ ਆਫ ਇੰਡੀਆ ਕਿਹਾ ਜਾਂਦਾ ਹੈ, ਉਹ ਬੜੀ ਦੇਰ ਪਹਿਲਾਂ ਉਹਨੇ ਇਹ ਗੱਲ ਕਹੀ ਸੀ ਕਿ ਇਹ ਰਾਈਜ਼ ਹੈ ਜਿਹੜਾ ਇਹ ਥੱਲੇ ਡਿੱਗਣਾ ਕਿਉਂਕਿ ਮਾਰਕੀਟ ਆਟੋ ਕਰੈਕਸ਼ਨ ਕਰਦੀ ਹੈ। ਤੇ ਉਹ ਮੈਨੂੰ ਸਵੇਰੇ ਗੱਲ ਬੜੀ ਜਚੀ ਤੇ ਮੈਂ ਗੁਰਭਜਨ ਗਿੱਲ ਹੋਣਾ ਸਾਹਿਬ ਨਾਲ ਅੱਜ ਗੱਲ ਕਰ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਪੰਜਾਬ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਚੂਜ਼ ਕੀਤਾ, 92 ਸੀਟਾਂ ਦੇਤੀਆਂ, ਕੀ ਇਹ ਇੱਕ ਪਰਮਾਨੈਂਟ ਬਿਹੇਵੀਅਰ ਦੇ ਵੱਲ ਟਰਾਂਸਫਾਰਮ ਹੋਇਆ ਪੰਜਾਬ ਹੈ? ਉਹਨਾਂ ਨੇ ਕਿਹਾ ਨਹੀਂ, ਇਹਦੀ ਕਰੈਕਸ਼ਨ ਹੋਊਗੀ। ਤੇ ਮੈਂ ਫਿਰ ਉਹਨਾਂ ਨੂੰ ਉਹ ਕਹਾਣੀ ਫਿਰ ਜ਼ੋਮੈਟੋ ਵਾਲੀ ਉਹਨਾਂ ਨਾਲ ਵੀ ਸਾਂਝੀ ਕੀਤੀ ਕਿ ਕੀ ਸ਼ੇਅਰ ਮਾਰਕੀਟ ਦੇ ਵਿੱਚ ਉਹ ਕਹਿੰਦੇ ਕਿ ਆਟੋ ਕਰੈਕਸ਼ਨ ਲੱਗ ਜਾਂਦਾ ਆਪੇ ਜੀ, ਕਿ ਉਹ ਸ਼ੇਅਰ ਇੱਕਦਮ ਤਾਂ ਗਏ ਤੇ ਫਿਰ ਥੱਲੇ ਠਾ ਕੇ ਡਿੱਗੇ। ਉਹਨਾਂ ਨੇ ਬੜੀ ਇੱਕ ਜ਼ਬਰਦਸਤ ਗੱਲ ਅੱਜ ਉਹਦੇ ਝੋਰੀ ਸੀ, ਮੀਮ ਬਣਾ ਰਹੇ ਸੀ ਲੋਕ, ਦੀਵਾਰ ਫਿਲਮ ਦਾ ਡਾਇਲੌਗ ਵਰਤ ਕੇ ਕਿ ਉਹ ਕਹਿੰਦਾ ਮਰਿਆ ਤਾਂ ਇਹ ਅੱਜ ਹੈ ਪਰ ਇਹ ਮਰ ਬਹੁਤ ਪਹਿਲਾਂ ਹੀ ਗਿਆ ਸੀ। ਉਸ ਗੱਲ ਨੂੰ ਅੱਜ ਸਮਝਣਾ ਪੈਣਾ। ਗੱਲ ਸੁਖਬੀਰ ਸਿੰਘ ਬਾਦਲ ਤੱਕ ਸੀਮਤ ਰੱਖ ਕੇ ਨਾ ਸੋਚੀ ਜਾਵੇ। ਹੋ ਕੀ ਰਿਹਾ ਕਿ ਅਕਾਲੀ ਦਲ ਨੂੰ ਅੱਜ ਦੇ ਨੂੰ ਡਿਫਾਈਨ ਕਰਨ ਵਾਸਤੇ ਤੇ ਸਮਝਣ ਵਾਸਤੇ ਸਿਰਫ ਸੁਖਬੀਰ ਬਾਦਲ ਦੇ ਇਰਦ ਗਿਰਦ ਹੀ ਕਹਾਣੀ ਘੁੰਮਦੀ ਨਜ਼ਰ ਆਉਂਦੀ ਹੈ। ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ, ਨਹੀਂ ਦਿੱਤਾ, ਦੇਣਗੇ, ਪਰਿਵਾਰਵਾਦ, ਬਾਦਲ ਪਰਿਵਾਰ, ਮਜੀਠੀਆ, ਹਰਸਿਮਰਤ, ਸਾਰਾ ਕੁਝ ਉਹਦੇ ਅਰਾਊਂਡ ਰਿਵੋਲਵ ਕਰ ਰਿਹਾ ਜੀ। ਸਮੁੱਚਤਾ ਦੇ ਵਿੱਚ ਅਕਾਲੀ ਦਲ ਨੂੰ ਬਦਲਣਾ ਪਊਗਾ। ਪਰ ਦੇ ਹੀ ਦਿੰਦੇ, ਅੱਜ ਜੇ ਸਾਰਾ ਢਾਂਚਾ ਖਤਮ ਕੀਤਾ ਸੀ ਦੁਬਾਰਾ ਫਿਰ ਬਣ ਜਾਂਦੇ। ਤੁਸੀਂ ਸਿਰਫ ਪ੍ਰਧਾਨਗੀ ਤੱਕ ਨਾ ਰਹੋ। ਤੁਹਾਨੂੰ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਮੁੜ ਬਹਾਲੀ ਤੇ ਜਾਣਾ ਪਊਗਾ। ਤੁਹਾਨੂੰ ਸਾਰੀ ਸਮੁੱਚਤਾ ਚ ਆਉਣਾ ਪਊਗਾ। ਤੁਸੀਂ 4 ਸੈਕਟਰੀ ਥੱਲੜੇ ਬਦਲ ਦਿਓਗੇ, ਜਨਰਲ ਸਕੱਤਰ ਬਦਲ ਦਿਓਗੇ, ਕਿਸੇ ਨੂੰ ਯੂਥ ਦਾ ਪ੍ਰਧਾਨ ਲਾ ਦਿਓਗੇ, ਸੋਈ ਦਾ ਤੁਸੀਂ ਸਟੂਡੈਂਟ ਆਰਗੇਨਾਈਜੇਸ਼ਨ ਖੜੀ ਕਰ ਲਓਗੇ। ਜਿਸ ਸਟਰਕਚਰ ਚ ਪਿਛਲੇ 10 ਸਾਲ ਤੋਂ ਕਾਰਪੋਰੇਟ ਅਕਾਲੀ ਦਲ ਚੱਲਿਆ, ਜੋ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜਦੋਂ ਤੋਂ ਸੁਖਬੀਰ ਬਾਦਲ ਦੇ ਹੱਥ ਆਉਂਦਾ ਅਕਾਲੀ ਦਲ, ਕਾਰਪੋਰੇਟ ਦਾ ਤੁਸੀਂ ਜ਼ਿਕਰ ਮੈਂ ਆ ਰਿਹਾ ਉਸੇ ਤੇ 2012 ਦਾ ਉਹ ਇਤਿਹਾਸਕ ਪਲ ਜਦੋਂ ਇੱਕ ਵਾਰੀ ਅਕਾਲੀਆਂ ਤੇ ਕਾਂਗਰਸੀ ਦੀ ਹੁੰਦੀ ਸੀ ਪਰ ਰਿਪੀਟ ਵੱਜਦਾ ਬਿਲਕੁਲ। ਤੇ ਉਦੋਂ ਇਹ ਗੱਲ ਕਿਹਾ ਗਿਆ ਕਿ ਸੁਖਬੀਰ ਬਾਦਲ MBA ਆਫ ਪੋਲਿਟਿਕਸ ਬਣ ਕੇ ਆਏ ਹੈ। ਸੇਰਾ ਸਾਰਾ ਉਹਨਾਂ ਨੂੰ ਮਿਲਿਆ। ਬਿਲਕੁਲ। ਉਹਨਾਂ ਨੇ ਕਿਹਾ ਕਿ ਜਿਵੇਂ ਮੈਨੇਜਮੈਂਟ ਹੋਇਆ ਇਲੈਕਸ਼ਨ ਦਾ, ਇਹ ਸੁਖਬੀਰ ਬਾਦਲ ਨੇ ਕੀਤਾ ਤੇ ਸੁਖਬੀਰ ਬਾਦਲ ਦੀ ਪਾਵਰ ਜਿਹੜੀ ਸੀ ਵਿਦਨ ਦਾ ਪਾਰਟੀ ਉਹ ਵਧੀ ਤੇ ਉਹ ਈਵਨ ਪਰਿਵਾਰ 'ਚ ਵੀ ਉਹਨਾਂ ਦਾ ਜਿਹੜਾ ਬਾਦਲ ਸਾਹਿਬ ਜਿਹੜੇ ਸੀਗੇ ਉਹ ਬੈਕਫੁੱਟ ਤੇ ਹੌਲੀ ਹੌਲੀ ਹੋਣੇ ਸ਼ੁਰੂ ਹੋਏ ਤੇ ਸੁਖਬੀਰ ਬਾਦਲ ਦੇ ਹੱਥ ਕੰਟਰੋਲ ਆਇਆ। ਸੁਖਬੀਰ ਬਾਦਲ ਦੀ ਇੱਕ ਬਿਹਤਰ ਗੱਲ ਵੀ ਤੁਹਾਨੂੰ ਦੱਸਦਾ, ਕ੍ਰਿਟਿਸਿਜ਼ਮ ਬਹੁਤ ਹੁੰਦਾ, ਬੜੀਆਂ ਗੱਲਾਂ ਨੇ, ਤੁਸੀਂ ਜੋ ਮਰਜ਼ੀ ਕਰੀ ਜਾਓ ਜੀ। ਸੁਖਬੀਰ ਬਾਦਲ ਇੱਕ ਵਿਜ਼ਨਰੀ ਇਨਸਾਨ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਡਿਵੈਲਪਮੈਂਟ ਦੀ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਜਿਹੜੀ ਅਕਾਲੀ ਰਾਜ ਦੇ ਵਿੱਚ ਬਹੁਤ ਡਿਵੈਲਪਮੈਂਟ ਹੋਈ ਹੈ, ਮੰਨਣਾ ਪਊਗਾ। ਬਿਲਕੁਲ। ਪਰ ਸੁਖਬੀਰ ਬਾਦਲ ਪੰਥ ਦੀ ਨਬਜ ਨੂੰ ਨਹੀਂ ਸਮਝ ਸਕੇ, ਕੌਮ ਨੂੰ ਨਹੀਂ ਸਮਝ ਸਕੇ। ਸੁਖਬੀਰ ਬਾਦਲ ਸਿੱਖ ਸਪਿਰਿਟ ਨੂੰ ਸਮਝ ਨਹੀਂ ਸਕੇ। ਇੱਥੇ ਸੁਖਬੀਰ ਬਾਦਲ ਮਾਰ ਖਾ ਗਏ। ਅੱਜ ਕੀ ਲੋੜ ਹੈ? ਤੁਸੀਂ ਸਵੇਰੇ ਅਕਾਲੀ ਦਲ ਦਾ ਢਾਂਚਾ ਦੁਬਾਰਾ ਬਣਾ ਦਿਓ, ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦੁਬਾਰਾ ਖੜਾ ਹੋ ਜਾਊਗਾ? ਨਹੀਂ, ਮੁਸ਼ਕਿਲ ਹੈ। ਤੁਹਾਨੂੰ ਸਭ ਤੋਂ ਪਹਿਲਾਂ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਨਾ ਪਊਗਾ। ਪੰਥ ਦੇ ਚਰਨਾਂ 'ਚ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਆ ਇੱਥੇ ਹੋ ਗਿਆ। ਅੱਜ ਪੰਜਾਬ ਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਹੈ, ਜੇ ਤੁਸੀਂ
ਅਕਾਲੀ ਦਲ ਨੂੰ ਖਤਮ ਕਰਤਾ ਤੇ ਇਦੋਂ ਬਾਅਦ ਤੁਹਾਡੇ ਕੋਲੇ ਕੀ ਰਹਿ ਗਿਆ? ਆਮ ਆਦਮੀ ਪਾਰਟੀ, ਜਿਹਨੂੰ ਅੱਜ ਤੁਸੀਂ ਕਹਿ ਰਹੇ ਹੋ ਕਿ ਦਿੱਲੀ ਤੋਂ ਚੱਲਦੀ ਹੈ ਜੀ। ਜੇ ਨਹੀਂ ਵੀ ਚੱਲਦੀ ਤਾਂ ਕੰਟਰੋਲ ਤਾਂ ਦਿੱਲੀ 'ਚ ਹੀ ਰਹਿਣਾ ਸਾਰੀ ਉਮਰ। ਟਿਕਟਾਂ ਦੀ ਵੰਡ ਤੋਂ ਲੈ ਕੇ ਰਾਘਵ ਚੱਡਾ ਕੋਈ ਬਠਿੰਡੇ ਤੇ ਥੋੜੀ ਹੈ। ਬਿਲਕੁਲ। ਪਾਠਕ ਸਾਹਿਬ ਕਿੱਥੋਂ ਦੇ ਹੈ? ਇਦੋਂ ਪਹਿਲਾਂ ਵੀ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਆਏ ਸੀ। ਬਿਲਕੁਲ। ਕਾਂਗਰਸ ਪਾਰਟੀ ਹਰੀਸ਼ ਚੌਧਰੀ ਜਦੋਂ ਆ ਕੇ ਸਿਕਿਉਰਿਟੀ ਲੈ ਜਾਂਦੇ ਸੀਗੇ ਪੰਜਾਬ ਤੋਂ, ਤੇ ਉਹਨਾਂ ਨੇ ਕਿਹੜਾ ਮਾਹੂਆਣੇ ਆਪਦਾ ਕੋਠੀ ਪਾਈ ਹੋਈ ਸੀਗੀ, ਉਹ ਵੀ ਬਾਹਰੋਂ ਆਏ ਸੀ। ਅੱਜ ਬੀਜੇਪੀ ਜਿਵੇਂ ਵੀ ਚੱਲੇ ਪੰਜਾਬ 'ਚ ਚਰਚਾਵਾਂ ਹੁੰਦੀਆਂ ਵੀ ਬੀਜੇਪੀ ਆ ਕੇ ਪੰਜਾਬ ਦੇ ਵਿੱਚ ਸਟਰੋਂਗ ਹੋ ਜੂਗੀ। ਬੀਜੇਪੀ ਦਾ ਭਾਸਕਰ ਅਖਬਾਰ ਨੇ ਲਾਇਆ ਕਿ ਕਿਵੇਂ ਮਾਲਵੇ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ। ਭਾਸਕਰ ਦੀ ਖਬਰ ਲੱਗੀ ਹੈ। ਤਾਂ ਉਹ ਕਿੱਥੋਂ ਚੱਲਣੀ ਹੈ? ਉਹ ਨਾਗਪੁਰੋਂ ਜਾਂ ਦਿੱਲੀੋਂ ਹੀ ਚੱਲਣੀ ਹੈ। ਤਾਂ ਫਿਰ ਸਿੱਖਾਂ ਦੀ ਗੱਲ ਕਰਨ ਵਾਲਾ ਕੌਣ ਰਹਿ ਜਾਊਗਾ ਇੱਥੇ? ਪੰਜਾਬ ਦੀ ਗੱਲ ਕਰਨ ਵਾਲਾ ਕੌਣ ਰਹਿ ਜਾਊਗਾ? ਇਹਨਾਂ ਪਾਣੀਆਂ ਤੇ ਕਪੂਰੀ ਦੇ ਜਿਹੜੇ ਮੋਰਚੇ ਲੱਗਦੇ ਰਹੇ, ਧਰਮ ਯੁੱਧ ਦਾ ਜਿਹੜਾ ਮੋਰਚਾ ਲਾਇਆ, ਉਸ ਅਕਾਲੀ ਦਲ ਦੇ ਇਤਿਹਾਸ ਨੂੰ ਨਾ ਭੁੱਲੋ। ਮੈਂ ਵਾਰ-ਵਾਰ ਇਹ ਗੱਲ ਕਹਿਣਾ ਕਿ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਆਰਗੇਨਾਈਜੇਸ਼ਨਾਂ ਥੋੜੀ ਖਤਮ ਹੋ ਜਾਂਦੀਆਂ ਹੁੰਦੀਆਂ। ਅੱਜ ਪੰਜਾਬ ਇਹ ਮਹਿਸੂਸ ਕਰੇ ਕਿ ਤੁਸੀਂ ਆਰਗੇਨਾਈਜੇਸ਼ਨ ਨਹੀਂ ਮਰਨ ਦੇਣੀ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਵੋਟ ਪਾਉਣਾ ਨਾ ਪਾਉਣਾ, ਜਿਤਾਉਣਾ ਨਾ ਜਿਤਾਉਣਾ। ਕਾਂਗਰਸ ਨੇ ਵੀ 80 ਸੀਟਾਂ ਦੇ ਨੇੜੇ ਦਾ ਸੁੱਖ ਮਾਣ ਕੇ ਦੇਖਿਆ। 97 ਦੀ ਬਾਦਲ ਸਰਕਾਰ ਨੇ ਵੀ 80 ਤੋਂ ਵੱਧ ਸੀਟਾਂ ਦਾ ਸੁੱਖ ਮਾਣ ਕੇ ਦੇਖਿਆ। ਅੱਜ ਆਮ ਆਦਮੀ ਪਾਰਟੀ 92 ਸੀਟਾਂ ਸਦਾ ਨਹੀਂ ਰਹਿੰਦੀਆਂ, ਪਰ ਸਦਾ ਨਹੀਂ ਰਹਿੰਦੀਆਂ ਤਾਂ ਅਗਲੀ ਵਾਰ ਦੀ ਲੜਾਈ ਲੜਨ ਵਾਸਤੇ ਬਚਾ ਕੇ ਵੀ ਰੱਖਣਾ ਹੈ ਨਾ। ਉਹਦੇ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਨਿਸਵਾਰਥ ਹੋ ਕੇ ਇਹ ਡਰ ਸੁਖਬੀਰ ਸਿੰਘ ਬਾਦਲ ਨੂੰ ਮਨੋਂ ਕੱਢ ਦੇਣਾ ਚਾਹੀਦਾ ਹੈ ਕਿ ਜੇ ਮੈਂ ਲੈਟ ਲੂਜ਼ ਕਰਤਾ ਤਾਂ ਸ਼ਾਇਦ ਮੇਰੇ ਹੱਥੋਂ ਪਾਰਟੀ ਚਲੀ ਜਾਊਗੀ। ਸੁਖਬੀਰ ਸਿੰਘ ਬਾਦਲ ਇਹ ਭਰੋਸਾ ਜਤਾਉਣ ਆਪਦੀ ਕੈਲੀਬਰ ਦੇ ਉੱਤੇ ਜੀ ਵੀ ਮੈਂ ਪ੍ਰਧਾਨਗੀ ਤੋਂ ਵੀ ਅਸਤੀਫਾ ਦਿੰਨਾ, ਮੈਂ ਕੌਮੀ ਮਸਲਿਆਂ 'ਚ ਦਖਲਅੰਦਾਜ਼ੀ ਬੰਦ ਕਰ ਦਿੰਨਾ, ਮੇਰੇ ਤੇ ਦੋਸ਼ ਹੈ ਕਿ ਬਾਦਲਾਂ ਦੇ ਲਿਫਾਫੇ 'ਚੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਕਲਦਾ, ਮੈਂ ਇਹ ਪ੍ਰੂਵ ਕਰਦਾ ਕਿ ਸਭ ਕੁਝ ਟਰਾਂਸਪੇਰੈਂਟ ਹੈ। ਅਕਾਲ ਤਖਤ ਸਾਹਿਬ ਦੀ ਕਾਰਗੁਜ਼ਾਰੀ 'ਚ ਦੋਸ਼ ਲੱਗਦਾ ਹੈ ਕਿ ਜਥੇਦਾਰ ਸਾਹਿਬ ਬਾਦਲਾਂ ਦੇ ਕਹੇ ਤੇ ਚੱਲਦੇ ਆ। ਹਰ ਇੱਕ ਚੀਜ਼ ਦੀ ਗਣਿਮਾ ਦੀ ਬਹਾਲੀ ਦੇ ਵੱਲ ਅਕਾਲੀ ਦਲ ਆਵੇ। ਸੁਖਬੀਰ ਬਾਦਲ ਦਾ ਕੱਦ ਵੱਡਾ ਹੋਊਗਾ, ਛੋਟਾ ਨਹੀਂ ਹੋਣ ਲੱਗਿਆ ਉਹਦੇ ਨਾਲ। ਗੀਤ ਗਾਉਣ ਦੀ ਲੋੜ ਨਹੀਂ ਹੈ, ਬੰਦੀ ਸਿੰਘਾਂ ਦੀ ਲੜਾਈ ਵਾਸਤੇ ਇਸ ਤਰੀਕੇ ਨਾਲ ਦਿੱਲੀ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ। ਜਿਸ ਵੇਲੇ ਪੰਜਾਬ ਦੀ ਨਬਜ਼, ਪੰਜਾਬ ਦਾ ਜਿਹੜਾ ਸਪਿਰਿਟ, ਪੰਜਾਬ ਦਾ ਮਾਹੌਲ ਤੁਹਾਡੇ ਖਿਲਾਫ ਚੱਲ ਰਿਹਾ, ਸਮੇਂ ਦੀ ਵੀ ਗੱਲ ਹੁੰਦੀ ਹੈ। ਇੱਕ ਜਗਮੀਤ ਬਰਾੜ ਦੀ ਮੈਨੂੰ ਗੱਲ ਯਾਦ ਆਈ ਆ, ਜਿਹੜੀਆਂ 2 ਮਹੀਨੇ ਪਹਿਲਾਂ ਦੀ ਉਹਨਾਂ ਦੀ ਚਿੱਠੀ ਅੱਜ ਜਨਤਕ ਹੋਈ ਆ, ਉਹਦੇ 'ਚ ਇੱਕ ਉਹਨਾਂ ਨੇ ਇਹ ਗੱਲ ਵੀ ਕਹੀ ਆ, ਕਹਿੰਦੇ ਕਿ 49 ਸਾਲ ਪਹਿਲਾਂ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਸੀ, ਕਹਿੰਦੇ ਕਿ ਦੱਸੋ 1 ਇੰਚ ਵੀ ਫਾਰਵਰਡ ਹੋਏ ਆ। ਬਿਲਕੁਲ ਵਾਕਈ ਅਕਾਲੀ ਦਲ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਪੈਂਦਾ ਤੇ ਉਸੇ ਤਰੀਕੇ ਦੀ ਜੋ ਉਦੋਂ ਮੰਗ ਸੀ ਉਹ ਅੱਜ 49 ਸਾਲ ਬਾਅਦ ਵੀ ਉਹੀ ਅਸੀਂ ਮੰਗ ਕਰ ਰਹੇ ਹਾਂ। ਜਗਮੀਤ ਬਰਾੜ ਉਹਨਾਂ ਦਾ ਜਿਹੜਾ ਤੁਹਾਡੀ ਬਿਲਕੁਲ ਠੀਕ ਹੈ, ਉਸ ਚਿੱਠੀ ਨੇ ਬਹੁਤ ਗੱਲਾਂ ਸਾਹਮਣੇ ਲਿਆਂਦੀਆਂ। ਮੈਂ ਇਹ ਕਹਿ ਰਿਹਾ ਕਿ ਜਦੋਂ ਸਾਰਾ ਅਟੈਕ, ਜਦੋਂ ਤੁਹਾਡਾ ਸਮਾਂ ਠੀਕ ਨਾ ਚੱਲ ਰਿਹਾ ਹੋਵੇ, ਜਦੋਂ ਦੁਨੀਆ ਤੁਹਾਡੇ ਖਿਲਾਫ ਹੋ ਜੇ ਔਰ ਤੁਸੀਂ ਆਤਮ ਮੰਥਨ ਕਰੋ ਬੈਠ ਕੇ, ਜੇ ਤੁਸੀਂ ਸੱਚੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਦੀ ਬਿਹਤਰੀ, ਪੰਜਾਬ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੁੰਦੇ ਹੋ, ਪਾਸਟ 'ਚ ਜੇ ਤੁਹਾਡੇ ਤੋਂ ਗਲਤੀਆਂ ਹੋ ਗਈਆਂ, ਆਓ ਕਬੂਲੋ। ਸ਼ਾਇਦ ਅੱਜ ਇਹ ਉਹ ਦੌਰ ਹੈ ਜਦੋਂ ਸੈਂਟੀਮੈਂਟ ਬਦਲਦਿਆਂ ਸਮਾਂ ਨਹੀਂ ਲੱਗਦਾ। ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਜੀ, ਸ਼ਾਇਦ ਪੰਜਾਬ ਹੈ ਨਾ, ਜਿਹੜਾ ਪੰਜਾਬ ਦਾ ਕਰੈਕਟਰ ਹੈ ਜਿਹੜਾ, ਇਹ ਬੜਾ ਕਮਾਲ, ਬੜਾ ਸ਼ਾਨਦਾਰ ਹੈ। ਇਹ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ। ਜੇ ਮੌਜੂਦਾ ਸਰਕਾਰ ਪੰਜਾਬ ਦੇ ਹਿੱਤਾਂ ਖਾਤਰ ਨਹੀਂ ਚੱਲੂ ਤੇ ਸਿੱਖ ਸਪਿਰਿਟ ਨੂੰ ਨਹੀਂ ਸਮਝੂਗੀ, ਇਹ ਇਸ ਸਰਕਾਰ ਨੂੰ ਜਵਾਬ ਦੇਣ ਵਾਸਤੇ ਵੀ ਕਾਲੇ ਹੋ ਜਾਣਗੇ, ਬੜੇ ਤਰਲੋ ਮੱਛੀ ਹੋ ਜਾਣਗੇ। ਉਹ ਸਪੇਸ ਖਾਲੀ ਪਿਆ ਫਿਰ ਤੁਹਾਡੇ ਕੋਲੇ। ਲੇਕਿਨ ਤੁਹਾਡੀ ਵਾਪਸੀ ਦਾ ਰਾਹ ਹੈ ਜਿਹੜਾ, ਅੱਜ ਵਿਰਾਟ ਕੋਹਲੀ ਦੀ ਫਾਰਮ ਨਹੀਂ ਚੱਲ ਰਹੀ ਤੇ ਹਰੇਕ ਆ ਕੇ ਕਹਿੰਦਾ ਵੀ ਇਹਨੂੰ ਟੀਮ ਚੋਂ ਕੱਢ ਦੋ, ਨਵਾਂ ਪਾ ਲਓ, ਉਹ ਵਿਰਾਟ ਕੋਹਲੀ ਵਾਲਾ ਹਾਲ ਹੈ। ਕਿਸੇ ਸਮੇਂ ਤੁਸੀਂ ਪਰਫਾਰਮ ਕਰਕੇ ਵੀ ਦਿਖਾਇਆ, ਪਰ ਕਿਉਂਕਿ ਤੁਸੀਂ ਸਿੱਖ ਸਪਿਰਿਟ ਨੂੰ ਨਹੀਂ ਸਮਝ ਸਕੇ, ਤੁਸੀਂ ਪੰਥ ਤੋਂ ਬੇਮੁਖ ਹੁੰਦੇ ਗਏ ਤੇ ਪੰਥ ਨੇ ਫਿਰ ਜਵਾਬ ਦਿੱਤਾ ਤੁਹਾਨੂੰ। ਜੀ ਸ਼ਾਇਦ ਅੱਜ ਉਹ ਭੁੱਲ ਬਖਸ਼ਾਉਣ ਦੀ ਲੋੜ ਹੈ, ਇਹ ਗੱਲ ਮਹਿਸੂਸ ਕਰਕੇ ਕਿ ਹਾਂ ਮੈਂ ਗੁੱਡ ਸਪਿਰਿਟ, ਚੰਗੇ ਥਾਟ ਤੇ ਪੰਜਾਬ ਤੇ ਕੌਮ ਲਈ ਚੰਗੀ ਮਨਸ਼ਾ ਨਾਲ ਵਾਪਸ ਆਊਂਗਾ ਔਰ ਮੈਂ ਉਸ ਅਕਾਲੀ ਦਲ ਨੂੰ ਰਿਵਾਈਵ ਕਰਾਉਂਗਾ। ਮੇਰੇ ਯਾਦ ਹੈ ਸੁਖਪਾਲ ਖਹਿਰਾ ਦੇ ਨਾਲ ਇੱਕ ਵਾਰੀ ਬਹੁਤ ਪਹਿਲਾਂ ਮੇਰੀ ਗੱਲ ਹੋਈ, ਜਦੋਂ ਉਹਨਾਂ ਨੇ ਕਾਂਗਰਸ ਜੁਆਇਨ ਨਹੀਂ ਕੀਤੀ ਸੀ, ਕਿ ਕੀ ਤੁਸੀਂ ਅਕਾਲੀ ਦਲ ਜੁਆਇਨ ਕਿਉਂ ਨਹੀਂ ਕਰਦੇ ਤੁਹਾਡੀ, ਕਿਉਂਕਿ ਉਹਨਾਂ ਦੇ ਪਿਤਾ ਅਕਾਲੀ ਦਲ 'ਚ ਰਹੇ ਔਰ ਪਰਿਵਾਰ ਪਿਛੋਕੜ ਸੀ। ਤਾਂ ਉਹਨਾਂ ਨੇ ਕਿਹਾ ਕਿ ਜੇ ਸਵੇਰੇ ਪ੍ਰਧਾਨ ਬਦਲ ਜੇ, ਮੈਂ ਸਵੇਰੇ ਅਕਾਲੀ ਦਲ ਜੁਆਇਨ ਕਰ ਲੂੰਗਾ। ਅੱਜ ਅਕਾਲੀ ਦਲ ਨੂੰ ਚੰਗੇ ਲੀਡਰਾਂ ਦੀ ਵੀ ਲੋੜ ਹੈ, ਅਕਾਲੀ ਦਲ ਨੂੰ ਟਕਸਾਲੀਆਂ ਨੂੰ ਵਾਪਸ ਲਿਆਉਣ ਦੀ ਵੀ ਲੋੜ ਹੈ, ਬਿਲਕੁਲ, ਔਰ ਉਹ ਟਕਸਾਲੀਆਂ 'ਚੋਂ ਨਵੇਂ ਚਿਹਰੇ ਲੱਭਣ ਦੀ ਵੀ ਲੋੜ ਹੈ। ਤੁਸੀਂ ਇਹ ਵੀ ਦੇਖੋ ਕਿ ਅੱਜ
ਭੁੰਦੜ ਸਾਹਿਬ ਬੜੇ ਵੈਟਰਨ ਲੀਡਰ ਨੇ, ਸਿਆਣੇ ਲੀਡਰ ਨੇ, ਬਾਦਲ ਸਾਹਿਬ ਦੀ ਮੋਢੇ ਨਾਲ ਮੋਢਾ ਸਾਰੀ ਉਮਰ ਲਾਇਆ ਜੀ। ਪਰ ਤੁਸੀਂ ਕਿੰਨੀ ਦੇਰ ਤੱਕ ਭੁੰਦੜ ਸਾਹਿਬ ਦੇ ਉੱਤੇ ਟੇਕ ਲਾ ਕੇ ਰੱਖੋਗੇ? ਅੱਜ ਇਹ ਗੱਲ ਹੋਈ ਹੈ ਕਿ ਢੀਂਡਸਾ ਸਾਹਿਬ ਦੀ ਵਾਪਸੀ ਕਦੇ ਹੋ ਜੇ, ਤੁਸੀਂ ਕਿੰਨੀ ਦੇਰ ਤੱਕ ਵੱਡੇ ਢੀਂਡਸਾ ਸਾਹਿਬ ਦੇ ਉੱਤੇ ਟੇਕ ਲਾ ਕੇ ਰੱਖੋਗੇ? ਕਿਉਂ ਨਹੀਂ ਤੁਸੀਂ ਪਰਮਿੰਦਰ ਢੀਂਡਸਾ ਵਰਗੇ ਬੰਦੇ ਨੂੰ ਉਦੋਂ ਕੰਸੋਲ ਕੀਤਾ ਕਿ ਉਹ ਜਾਂਦੇ ਨਾ, ਅੱਜ ਉਹ ਤੁਹਾਡੇ ਕੋਲੇ ਐਸੈਟ ਸੀ। ਬਿਲਕੁਲ। ਕਿਉਂ ਅੱਜ ਮਨਪ੍ਰੀਤ ਅਯਾਲੀ ਵਰਗਾ ਲੀਡਰ ਜਿਹੜਾ ਕੈਪੇਬਲ ਤੇ ਕੈਲੀਬਰ ਰੱਖਣ ਵਾਲਾ, ਜਿਹਨੇ ਉਸ ਵੇਲੇ ਪ੍ਰੂਵ ਕਰਤਾ। ਤੁਸੀਂ ਦੇਖੋ ਰਾਵਰਿੰਦਰ ਜੀ ਬਾਈ ਇਲੈਕਸ਼ਨ ਜਿੱਤੀ, ਛੋਟੀ ਗੱਲ ਥੋੜੀ ਹੈ ਸਰਕਾਰਾਂ 'ਚ ਬਾਈ ਇਲੈਕਸ਼ਨ ਜਿੱਤਣੀ, ਉਹ ਵੀ ਉਸ ਵੇਲੇ ਜਦੋਂ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਆਇਆ। ਗਰਾਊਂਡ ਤੇ ਮਾਸਸ ਕ੍ਰੀਏਟ ਕਰਨ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਨੂੰ ਆਪਣੀ ਕਨਸਟੀਟੂਐਂਸੀ ਤੇ ਕੰਮ ਕਰਨ ਦੀ ਲੋੜ ਹੈ। ਜਲਾਲਾਬਾਦ ਗਵਾ ਬੈਠੇ ਨੇ ਉਹ, ਔਰ ਜਦੋਂ ਐਡੇ ਵੱਡੇ ਕੱਦ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਲੰਬੀ ਗਵਾ ਬੈਠੇ, ਤੁਸੀਂ ਸੋਚੋ ਤਾਂ ਬੈਕ ਟੂ ਬੇਸਿਕਸ ਜਾਣ 'ਚ ਕੋਈ ਹਰਜ ਨਹੀਂ ਹੈ। ਔਰ ਪਾਰਟੀ ਦੇ ਰਿਵਾਈਵਲ ਦੇ ਨਾਲ ਕੰਟਰੋਲ ਪਾਰਟੀ ਦਾ ਜਿਹੜਾ, ਜੇ ਉਹ ਇਹ ਵਿਲ ਹੁੰਦੀ ਹੈ ਕਿ ਮੈਂ ਕੰਟਰੋਲ ਰੱਖਾਂ, ਹਾਲਾਂਕਿ ਉਹ ਕਹਿੰਦੇ ਕਿ ਸਿੱਖ ਮਟੀਰੀਅਲਿਜ਼ਮ ਤੋਂ ਉੱਤੇ ਉੱਠ ਕੇ ਕੰਮ ਕਰਦਾ, ਔਰ ਇਸ ਪਾਰਟੀ ਨੇ ਉਹ ਲੀਡਰ ਦੇਖੇ ਹੈ ਜਿਹੜੇ ਨਿਸਵਾਰਥ ਹੋ ਕੇ ਪਾਰਟੀ ਲਈ ਕੰਮ ਕਰਦੇ ਰਹੇ ਜੀ। ਸੋ ਅੱਜ ਉਹ ਸਮਾਂ, ਪ੍ਰਕਾਸ਼ ਸਿੰਘ ਬਾਦਲ ਨੇ 92 ਦੀਆਂ ਚੋਣਾਂ ਤੋਂ ਬਾਅਦ 5 ਸਾਲ 97 ਤੱਕ ਕਾਰ ਚੱਕ ਕੇ, ਮੈਨੂੰ ਫਾਦਰ ਇਹ ਗੱਲ ਦੱਸਦੇ ਹੁੰਦੇ ਸੀ ਕਿ ਕਿਉਂਕਿ ਸਾਡਾ ਇਲਾਕਾ ਉਹ ਉਥੋਂ ਮਲੋਟ ਦੇ ਕੋਲੋਂ ਲੰਮੀ ਨਾਲ ਸੀਗਾ, ਤੇ ਉਹਨਾਂ ਨੇ ਕਹਿਣਾ ਕਿ ਉਹਨਾਂ ਨੇ ਆਪਦੇ ਕੁੜਤੇ ਪਜਾਮੇ ਗੱਡੀ 'ਚ ਪਾ ਲੈਣੇ, 2 ਪੱਗਾਂ ਪਾ ਲੈਣੀਆਂ, ਤੇ ਉਹਨਾਂ ਨੇ ਨਾਲ ਡਰਾਈਵਰ ਲੈ ਕੇ ਕੱਲੇ ਵਰਕਰ ਨੂੰ ਮਿਲ ਕੇ ਪਾਰਟੀ ਦੁਆਰਾ ਖੜੀ ਕੀਤੀ ਜਾਂਦੇ। ਉਹ ਤਾਂ ਕਹਿੰਦੇ ਕਿ ਜੇ 2 ਸਾਲ ਜਾਂ 4 ਸਾਲ ਬਾਅਦ ਕੋਈ ਮਿਲਦਾ ਸੀ ਵਰਕਰ, ਉਹਦਾ ਨਾਂ ਲੈ ਕੇ ਬੁਲਾ ਲੈਂਦੇ ਸੀ। ਇਸ ਤਰ੍ਹਾਂ ਦੀ ਪਛਾਣ ਅੱਜ ਵੀ ਯਾਦ ਹੈ ਪ੍ਰਕਾਸ਼ ਸਿੰਘ ਬਾਦਲ ਨੂੰ। ਤੁਸੀਂ ਕਿਸੇ ਇਲਾਕੇ ਦੇ ਵਿੱਚ ਜਾ ਕੇ, ਉਹ ਅਕਸਰ ਇਹ ਦੱਸਦੇ ਹੁੰਦੇ ਆ, ਸਾਡੇ ਸਰਦਾਰ ਸੁਹੇਲ ਸਿੰਘ ਹੋਣਾ ਦੇ ਆ ਕੇ ਉੱਥੇ ਬਹਿੰਦੇ ਸੀਗੇ ਮਲੋਟ, ਤੇ ਉਹ ਬੜੀਆਂ ਗੱਲਾਂ ਦੱਸਦੇ ਹੁੰਦੇ ਆ ਕਿ ਜਦੋਂ ਬਾਲ ਸਾਹਿਬ ਨਾਲ ਉਹ ਕਈ ਵਾਰੀ ਇਹ ਕਹਿੰਦੇ ਸੁਹੇਲ ਸਿੰਘ ਆ ਘਰੇ ਰੋਟੀ ਖਾਣੇ ਆ ਚੱਲ ਕੇ, ਤੇ ਉਹ ਬਾਅਦ ਦੇ ਵਿੱਚ ਜਿਹੜੇ ਨਵੇਂ ਲੀਡਰ ਉੱਠਣੇ ਸ਼ੁਰੂ ਹੋਏ ਤੇ ਉਹਨਾਂ ਨੇ ਇੱਕ ਨਵੀਂ ਥਾਂ ਤੇ ਉਹਨਾਂ ਨੂੰ ਲਿਜਾਣਾ ਸ਼ੁਰੂ ਕੀਤਾ ਜੀ। ਤੇ ਉਹ ਕੋਈ ਗੱਲ ਹੋਈ ਤੇ ਨਵੇਂ ਲੀਡਰ ਨੇ ਟੋਕਤਾ ਕਿ ਬਾਦਲ ਸਾਹਿਬ ਨੇ, ਉਹ ਕਹਿੰਦਾ ਤੂੰ ਚੁੱਪ ਕਰਕੇ ਬੈਠੇ, ਬਾਦਲ ਤੇ ਮੇਰੀ ਗੱਲ ਹੈ, ਤੂੰ ਜੰਮਿਆ ਵੀ ਨਹੀਂ ਸੀ ਉਦੋਂ, ਤਾਂ ਬਾਦਲ ਤੇ ਮੈਂ ਦੋਸਤ ਹਾਂ। ਉਹ ਹਰ ਵਰਗ ਦੇ ਬੰਦੇ ਦੇ ਨਾਲ ਉਸ ਤਰ੍ਹਾਂ। ਸੋ ਗੱਲ ਇਹ ਹੈ ਕਿ ਜੇ ਤਾਂ ਤੁਸੀਂ ਇਹਨੂੰ ਪੋਜ਼ਿਟਿਵਲੀ ਲੈਣਾ ਤਾਂ ਫਿਰ ਤੁਹਾਨੂੰ ਭੁੱਲਾਂ ਬਖਸ਼ਾਉਣੀਆਂ ਪੈਣਗੀਆਂ, ਪੰਥ ਅੱਗੇ ਨਤਮਸਤਕ ਹੋਣਾ ਪਊਗਾ, ਤੁਹਾਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਸਰਵਉੱਚਤਾ ਦਾ ਉਹ ਸੰਦੇਸ਼ ਹੈ ਜਿਹੜਾ ਕਿ ਉਸ ਸੁਪਰੀਮ ਕੋਰਟ ਦੀ ਗਣੀਮਾ, ਉਹਦੀ ਜਿਹੜੀ ਰਿਸਪੈਕਟ ਹੈ, ਉਹਦੀ ਬਹਾਲੀ ਰਵੇ। ਜਥੇਦਾਰ ਅਕਾਲ ਤਖਤ ਦੀ ਅੱਜ ਲੋਕ ਗਾਲਾਂ ਕੱਢ ਰਹੇ ਕਮੈਂਟਾਂ ਦੇ ਵਿੱਚ, ਤੁਸੀਂ ਦੇਖੋ। ਉਸ ਰਿਸਪੈਕਟ ਨੂੰ ਬਹਾਲ ਕਰਨਾ ਪਊਗਾ। ਜਿਹੜੇ ਬੰਦੇ ਉਹਨਾਂ ਦੇ ਆਲੇ ਦੁਆਲੇ ਤੁਰੇ ਫਿਰਦੇ ਆ, ਜਿਨ੍ਹਾਂ ਨੇ ਨਾਸ ਮਾਰਤਾ ਅਕਾਲੀ ਦਲ ਦਾ, ਉਹਨਾਂ ਨੂੰ ਆਇਡੈਂਟੀਫਾਈ, ਸਿਰਫ ਢਾਂਚਾ ਨਾ ਬਦਲੋ, ਇਹ ਆਇਡੈਂਟੀਫਾਈ ਕਰੋ ਕਿ ਆ ਫਲਾਨਾ ਜਿਹੜੇ ਨਵੇਂ ਉੱਠੇ ਸ਼ਲਾਰੂ ਸੀਗੇ, ਉਹਨਾਂ ਨੇ ਤੁਹਾਡੀ ਆਈਡੀਓਲੋਜੀ ਦਾ ਨਾਸ ਮਾਰ ਕੇ ਰੱਖਤਾ। ਔਰ ਤੁਸੀਂ ਉਸ ਕਾਰਪੋਰੇਟ ਕਲਚਰ ਤੋਂ ਬਾਹਰ ਆ ਕੇ ਅਕਾਲੀ ਦਲ ਦੀ ਰਿਸਪੈਕਟ ਕਰਕੇ ਇਹ ਦੇਖੋ ਕਿ ਕਿਸ ਇਤਿਹਾਸ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਮੈਨੂੰ ਲੱਗਦਾ, ਮੈਂ ਇਸ ਗੱਲੋਂ ਪੋਜ਼ਿਟਿਵ ਹਾਂ ਕਿ ਜੇ ਸਭ ਕੁਝ ਮੰਥਨ ਹੁੰਦਾ ਹੈ, ਔਰ ਇਹ ਗੱਲ ਸੁਖਬੀਰ ਸਿੰਘ ਬਾਦਲ ਸਮਝਦੇ ਨੇ, ਔਰ ਸੁਖਬੀਰ ਬਾਦਲ ਨੂੰ ਜਿਹੜੇ ਨਿੱਜੀ ਤੌਰ ਤੇ ਜਾਂਦੇ ਨਾ, ਦੇਖੋ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਨੋ ਡਾਊਟ ਫੈਸਲੇ ਗਲਤ ਹੋਏ ਜੀ, ਨੋ ਡਾਊਟ ਕਿ ਇੱਕ ਸਮੇਂ ਨਸ਼ੇ ਦਾ ਉਹਨੂੰ ਲੈ ਕੇ ਦੋਸ਼ ਲੱਗਦੇ ਰਹੇ, ਫਿਰ ਬਾਬਲ ਕਲਾ ਬਰਗਾੜੀ ਗੋਲੀ ਚੱਲਦੀ ਹੈ, ਉਹ ਇੱਕ ਵੱਡਾ ਭਾਰ ਸਾਰੀ ਉਮਰ ਵਾਸਤੇ ਬਾਦਲ ਪਰਿਵਾਰ। ਪਰ ਤੁਸੀਂ ਇਹ ਸੋਚੋ ਕਿ ਕੀ ਕੋਈ ਸ਼ਖਸ ਜਾਂ ਕੀ ਕੋਈ ਪਰਿਵਾਰ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੇ, ਮੈਂ ਕੰਪਲੀਟ ਕਰ ਰਿਹਾ ਇੱਥੇ ਗੱਲ, ਕੋਈ ਇਹ ਚਾਹੂਗਾ ਕਿ ਜਿਹਨੇ 5 ਵਾਰ ਮੁੱਖ ਮੰਤਰੀਸ਼ਿਪ ਦੇਖੀ ਹੋਵੇ, ਪਰਿਵਾਰ ਦਾ ਹਿਸਟਰੀ ਪੋਲੀਟੀਕਲ ਰਹੀ ਹੋਵੇ, ਤੇ ਉਹਨੂੰ ਇਤਿਹਾਸ ਇਸ ਕਰਕੇ ਜਾਣੇ ਕਿ ਉਹਨੇ ਬੇਦਬੀ ਕਰਾਈ ਹੈ, ਜਾਂ ਉਹਨੂੰ ਇਤਿਹਾਸ ਇਸ ਕਰਕੇ ਜਾਣੇ ਕਿ ਆਪਦੇ ਸਿੱਖਾਂ ਦੇ ਉੱਤੇ ਗੋਲੀ ਚਲਾਤੀ ਉਹਨੇ? ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚਾਹੂਗਾ ਇਹ ਗੱਲ। ਘਟਨਾਵਾਂ ਦੇ ਵਾਪਰਨ ਤੋਂ ਬਾਅਦ ਐਡਮਿਟ ਕਰਨਾ ਚਾਹੀਦਾ ਸੀ ਕਿ ਗਲਤੀ ਹੋਈ, ਐਡਮਿਟ ਨਹੀਂ ਕੀਤਾ। ਮੈਨੂੰ ਇਹ ਲੱਗਦਾ ਕਿ ਬਾਦਲ ਪਰਿਵਾਰ ਦੀ ਸਭ ਤੋਂ ਵੱਡੀ ਗਲਤੀ ਇਹ ਰਹੀ ਕਿ ਜਿਸ ਵੇਲੇ ਉਹ ਡੈਮੇਜ ਕੰਟਰੋਲ 'ਚ ਲੱਗ ਗਏ ਜੀ, ਉਸ ਵੇਲੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਇਹ ਗਲਤੀ ਹੋ ਗਈ, ਇਹ ਕਬੂਲ ਲੈਣਾ ਚਾਹੀਦਾ ਸੀ। ਸ਼ਾਇਦ ਕੌਮ ਮਾਫ ਕਰ ਦਿੰਦੀ ਜੀ, ਸ਼ਾਇਦ ਕੌਮ ਮਾਫੀ ਦੇ ਦਿੰਦੀ, ਪਰ ਕਿਉਂਕਿ ਲੰਮਾ ਸਮਾਂ ਡੈਮੇਜ ਕੰਟਰੋਲ 'ਚ ਲੱਗੇ ਰਹੇ, ਸੁਮੇਧ ਸੈਣੀ ਨੂੰ ਲੈ ਕੇ, ਹੋਰ ਅਫਸਰਾਂ ਨੂੰ ਲੈ ਕੇ, ਔਰ ਉਹਨੂੰ ਡੈਮੇਜ ਕੰਟਰੋਲ, ਕਈ ਵਾਰੀ ਇਹ ਹੁੰਦਾ ਕਿ ਸੱਤਾ ਦੇ ਵਿੱਚ ਬੈਠਿਆਂ ਨੂੰ ਇਹ ਲੱਗਦਾ ਕਿ ਠੀਕ ਹੈ ਘਟਨਾ ਹੋ ਗਈ, ਇਹ ਨਿਕਲ ਜੂਗੀ,
ਇਹ ਪਤਾ ਨਹੀਂ ਹੁੰਦਾ ਕਿ ਇਹਨੇ ਇਸ ਕਦਰ ਤੁਹਾਡਾ ਪਿੱਛਾ ਨਹੀਂ ਛੱਡਣਾ। ਔਰ ਕੌਮ ਦਾ ਜਿਹੜਾ ਮਿਹਣਾ ਹੈ, ਮੈਨੂੰ ਯਾਦ ਹੈ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਕੁਝ ਵੀ ਲੈ ਲਿਓ, ਕੌਮ ਦਾ ਮਿਹਣਾ ਨਾ ਲਿਓ, ਜ਼ਿੰਦਗੀ ਭਰ ਤੁਹਾਡੇ ਮੱਥੇ ਤੇ ਉਹ ਕਲੰਕ ਰਹਿੰਦਾ ਹੈ। ਸੋ ਅੱਜ ਉਸ ਕਲੰਕ ਨੂੰ ਲਾਉਣਾ ਕਿਵੇਂ ਹੈ, ਇਹਦੇ ਤੇ ਮੰਥਨ ਕਰੋ। ਈਗੋਜ਼ ਔਰ ਉਹ ਪਾਸੇ ਹੋ ਕੇ ਗੁਰੂ ਸਾਹਿਬ ਦੇ ਅੱਗੇ ਜਾ ਕੇ ਉਹ ਪਰਿਵਾਰ ਕਹਿੰਦਾ, ਹਰਸਿਮਰਤ ਬਾਦਲ ਕਹਿੰਦੇ ਨੇ ਕਿ ਮੈਂ ਹਰ ਵੇਲੇ ਪਾਠ ਕਰਦੀ ਹਾਂ। ਜਿਹੜੇ ਬਿਕਰਮ ਮਜੀਠੀਆ ਦੇ ਨਾਲ ਚੱਲਣ ਵਾਲੇ ਉਹ ਕਹਿੰਦੇ ਕਿ ਅਸੀਂ ਦੇਖਿਆ ਲੋਕ ਜੋ ਮਰਜ਼ੀ ਕਹਿਣ, ਬਿਕਰਮ ਮਜੀਠੀਆ ਗੱਡੀ 'ਚ ਪਾਠ ਕਰਦੇ ਆ। ਤਾਂ ਫਿਰ ਇਸ 'ਚ ਕੀ ਸੰਗ ਹੈ? ਜਾਓ ਇੱਕ ਵਾਰ ਗੁਰੂ ਅੱਗੇ ਨਤਮਸਤਕ ਹੋ ਜਾਓ, ਬਿਲਕੁਲ ਜਾਓ ਗੁਰੂ ਦੇ ਪੈਰਾਂ 'ਚ ਪੈ ਕੇ ਕਹੋ ਕਿ ਗੁਰੂ ਸਾਹਿਬ ਭੁੱਲ ਬਖਸ਼ਾਓ ਸਾਡੀ, ਝੂਠਾ ਨਹੀਂ ਦਿਲੋਂ ਜੀ। ਤੇ ਗੁਰੂ ਤਾਂ ਬੇਅੰਤ ਹੈ, ਉਹਨੇ ਸ਼ਾਇਦ ਕਦੋਂ, ਲੇਕਿਨ ਇਹ ਲੋੜ ਕਿਉਂ ਹੈ? ਇਹ ਗੱਲ ਮੈਂ ਅੱਜ ਕਿਉਂ ਕਰ ਰਿਹਾ? ਪੰਜਾਬ ਨੂੰ ਇੱਕ ਸਟਰੋਂਗ ਖੇਤਰੀ ਪਾਰਟੀ ਦੀ ਲੋੜ ਹੈ ਔਰ ਅਕਾਲੀ ਦਲ ਤੋਂ ਬਿਹਤਰ ਨਹੀਂ ਹੋ ਸਕਦਾ। ਪੰਜਾਬ ਨੂੰ ਅੱਜ ਜ਼ਰੂਰਤ ਹੈ ਕਿ ਪੰਜਾਬ ਦੀ ਪਾਰਟੀ ਜੋ ਪੰਥ ਦੀ ਗੱਲ ਕਰੇ, ਪੰਜਾਬੀਅਤ ਦੀ ਗੱਲ ਕਰੇ, ਪੰਜਾਬ ਦੇ ਅਨੰਦਪੁਰ ਸਾਹਿਬ ਦੇ ਮਤੇ ਦੇ ਕੱਲੇ-ਕੱਲੇ ਪੁਆਇੰਟ ਦੀ ਗੱਲ ਕਰੇ, ਜੋ ਇਹ ਕਹੇ ਕਿ ਚੰਡੀਗੜ੍ਹ ਸਾਡਾ ਹੈ, ਸਾਡੇ ਪਾਣੀਆਂ ਦੇ ਮੁੱਲ ਮਿਲਣ, ਜੋ ਇਹ ਕਹੇ ਕਿ ਖੇਤੀ ਜਿਹੜੀ ਹੈ ਉਹਦੇ 'ਚ ਸਾਨੂੰ ਸਾਡੇ ਫਸਲਾਂ ਦੇ ਪੂਰੇ ਮੁੱਲ ਦਿੱਤੇ ਜਾਣ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਸਭ ਤੋਂ ਅਮੀਰ ਉਹ ਹੋਊਗਾ ਜਿਹਦੇ ਕੋਲੇ ਪਾਣੀ ਹੋਊਗਾ। ਅੱਜ ਜਦੋਂ ਟੈਸਲਾ ਨੇ ਪੂਰੀ ਦੁਨੀਆ 'ਚ ਇਲੈਕਟ੍ਰੋਨਿਕ ਕਾਰਾਂ ਦੇਤੀਆਂ ਰਾਓ ਵਰਿੰਦਰ ਜੀ, ਤੇ ਤੇਲ ਦੀ ਡੀਜ਼ਲ ਦੀ ਲੋੜ ਨਹੀਂ ਰਹਿ ਜਾਣੀ। ਬਿਲਕੁਲ। ਤੇ ਤੇਲ ਡੀਜ਼ਲ ਦੀ ਜਦੋਂ ਲੋੜ ਨਹੀਂ ਰਹਿ ਜਾਣੀ, ਦੁਨੀਆ 'ਚ ਸਭ ਤੋਂ ਮਹਿੰਗਾ ਉਹ ਹੋ ਜਾਣਾ ਜਿਹਦੇ ਕੋਲੇ ਗਰਾਊਂਡ ਵਾਟਰ ਰਹੂਗਾ, ਪਾਣੀ ਹੈ। ਤੇ ਅੱਜ ਤੁਸੀਂ ਉਸ ਝੋਨਾ ਜਿਹੜਾ ਤੁਸੀਂ ਆਪ ਨਹੀਂ ਖਾਣਾ, ਕਿਸੇ ਹੋਰ ਨੂੰ ਖਵਾਉਣਾ ਹੈ, ਉਸ ਝੋਨੇ ਖਾਤਰ ਆਪ ਦਾ ਪਾਣੀ ਖਤਮ ਕਰਦੇ ਜਾਂਦੇ। ਇਹ ਹਜ਼ਾਰਾਂ ਕਰੋੜ ਦੀ ਤੁਹਾਡੀ ਸੰਪત્ਤੀ ਹੈ ਪੰਜਾਬੀਆਂ ਦੀ, ਤੇ ਫਿਰ ਅਸੀਂ ਆਪਦੇ ਕਹਿ ਕੇ ਉਵੇਂ ਪਾਣੀ ਵੇਚ ਸਕਦੇ ਹਾਂ ਜਿਵੇਂ ਅੱਜ ਉਹ ਉੱਥੇ ਤੇਲ ਤੇ ਡੀਜ਼ਲ ਵੇਚਦੇ ਪਏ ਆ। ਸੋ ਇਹ ਸਾਰੇ ਮੁੱਦਿਆਂ ਨੂੰ ਐਡਰੈਸ ਕਰਨਾ ਤਾਂ ਅਕਾਲੀ ਦਲ ਸਟਰੋਂਗ ਹੋਣਾ ਲਾਜ਼ਮੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੰਥਨ ਕਰਨਾ ਚਾਹੀਦਾ ਹੈ, ਘਰ ਬੈਠ ਕੇ ਵਿਚਾਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਆਪਣੀ ਕੈਪੇਬਿਲਿਟੀ ਤੇ ਕੈਲੀਬਰ ਦੇ ਉੱਤੇ ਯਕੀਨ ਰੱਖਣਾ ਚਾਹੀਦਾ ਹੈ ਕਿ ਮੈਂ ਗਲਤੀਆਂ ਤੋਂ ਮਾਫੀ ਮੰਗ ਕੇ ਕਿਸੇ ਹੋਰ ਹੱਥ ਵੀ ਜੇ ਅਕਾਲੀ ਦਲ ਦੇ ਦੇਣਾ, ਪਾਰਟੀ ਸਟਰੋਂਗ ਹੁੰਦੀ ਹੈ ਤੇ ਤੁਸੀਂ ਵੱਡੇ ਲੀਡਰ ਦੁਬਾਰਾ ਵੀ ਲੋਕਾਂ ਦੀ ਨਜ਼ਰਾਂ 'ਚ ਬਣ ਸਕਦੇ ਹੋ। ਮਾਫੀ ਮੰਗਣੀ ਪਊਗੀ ਬਸ।